ਸਰ ਦੱਸ ਦਿਓ ਕਿਹੜੀ ਅੱਜ ਸਵੇਰੇ NIA ਦੀ ਰਿਲੀਜ਼ ਹੋਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਦੋਂ ਸਵੇਰੇ अर्ਲੀ ਮਾਰਨਿੰਗ ਤਕਰੀਬਨ 5:08 ਦੇ ਉੱਤੇ NIA ਦੀ ਟੀਮ ਦੇ ਵੱਲੋਂ ਅਤੇ ਕੁਝ ਪੰਜਾਬ ਪੁਲਿਸ ਦੀ ਜੋ ਉਹਨਾਂ ਦੇ ਪ੍ਰੋਟੋਕੋਲ ਹੈ ਉਹਨਾਂ ਦੇ ਵੱਲੋਂ ਅੱਜ ਮੇਰੇ ਘਰੇ ਰੇਡ ਕੀਤੀ ਗਈ ਹੈ। ਸੋ ਇਹ ਰੇਡ ਤਕਰੀਬਨ ਇਨਵੈਸਟੀਗੇਸ਼ਨ ਉਹਨਾਂ ਦੀ 5 ਘੰਟੇ ਤਕਰੀਬਨ ਚੱਲੀ ਹੈ ਔਰ ਆਈ ਥਿੰਕ 9:30-10 ਵਜੇ ਦੇ ਕਰੀਬ ਉਹਨਾਂ ਨੇ ਕਨਕਲੂਡ ਕੀਤੀ ਹੈ ਔਰ ਕਨਕਲੂਡ ਕਰਨ ਦੇ ਦੌਰਾਨ 5 ਘੰਟੇ ਦੇ ਦੌਰਾਨ ਉਹਨਾਂ ਨੇ ਆਫਿਸ ਦੇ ਵਿਚਕਾਰ ਵੀ ਵਿਜ਼ਿਟ ਕੀਤੀ ਹੈ ਔਰ ਆਫਿਸ ਦੇ ਵਿਚਕਾਰ ਵੀ ਡਾਕੂਮੈਂਟੇਸ਼ਨ ਚੈੱਕ ਕੀਤੀ ਹੈ ਔਰ ਕੁਝ ਦਸਤਾਵੇਜ਼ ਨੇ ਉਹ ਜਿਹੜੇ ਉਹ ਨਾਲ ਲੈ ਕੇ ਗਏ ਨੇ। ਸਵਾਲ ਜਵਾਬ ਕੁਝ ਕਿਸ ਤਰੀਕੇ ਦੇ ਪੁੱਛੇ ਗਏ? ਦੇਖੋ, ਬੇਸਿਕਲੀ ਉਹਨਾਂ ਦਾ ਸਵਾਲ ਜਵਾਬ ਸੀਗੇ ਵੀ ਕੋਈ ਖਾਲਸਾ ਏਡ ਕੋਈ ਐਂਟੀ ਨੈਸ਼ਨਲ ਐਕਟੀਵਿਟੀਜ਼ ਤਾਂ ਨਹੀਂ ਕਰ ਰਹੀ। ਸੋ ਮੈਂ ਜਦੋਂ ਸਵੇਰੇ अर्ਲੀ ਮਾਰਨਿੰਗ ਉਹਨਾਂ ਨੇ ਘਰੇ ਐਂਟਰ ਕੀਤਾ ਤਾਂ ਓਬਵੀਅਸ ਜੀ ਗੱਲ ਹੈ ਕਿ 5 ਵਜੇ ਅਸੀਂ ਸੋ ਰਹੇ ਸੀ ਕਿਉਂਕਿ ਰਾਤ ਨੂੰ 1-2 ਵੱਜ ਰਹੇ ਨੇ ਕਿਉਂਕਿ ਅੱਜ ਪੰਜਾਬ ਦੇ ਵਿਚਕਾਰ ਅਤੇ ਹਰਿਆਣੇ ਦੇ ਵਿਚਕਾਰ ਜੋ ਹੜ੍ਹਾਂ ਦੀ ਸਿਚੁਏਸ਼ਨ ਹੈ ਉਸਦੇ ਕਰਕੇ ਅਸੀਂ ਬਹੁਤ ਬਿਜ਼ੀ ਚੱਲ ਰਹੇ ਹਾਂ ਔਰ ਸਾਰਿਆਂ ਨੂੰ ਇਹ ਭਲੀ ਭਾਂਤੀ ਸਾਰੇ ਜਾਣੂ ਨੇ ਇਸ ਗੱਲ ਤੋਂ। ਪਰ ਮਤਲਬ 5 ਵਜੇ ਉਹਨਾਂ ਦਾ ਪਹੁੰਚਣਾ ਔਰ ਉਸ ਤੋਂ ਬਾਅਦ ਇਸ ਟਾਈਮ ਦੇ ਉੱਤੇ ਪਹੁੰਚਣਾ ਜਦੋਂ ਸਾਰੀ ਟੀਮਾਂ ਸਾਡੀਆਂ ਮਤਲਬ ਕਿੰਨੇ ਸੈਂਕੜੇ ਵੋਲੰਟੀਅਰ ਸਾਡੇ ਇਸ ਟਾਈਮ ਗਰਾਊਂਡ ਜ਼ੀਰੋ ਦੇ ਉੱਤੇ ਲੱਗੇ ਹੋਏ ਨੇ ਅਤੇ ਕੁਐਸਚਨ ਇਹ ਸੀਗਾ ਕਿ ਤੁਸੀਂ ਐਂਟੀ ਨੈਸ਼ਨਲ ਐਕਟੀਵਿਟੀਜ਼ ਤਾਂ ਨਹੀਂ ਕਰ ਰਹੇ ਜਾਂ ਤੁਹਾਨੂੰ ਫੰਡਿੰਗ ਕਿੱਥੋਂ ਆਉਂਦੀ ਹੈ ਜਾਂ ਤੁਹਾਡਾ ਰਿਕਾਰਡ ਕੀਪਿੰਗ ਕਿਵੇਂ ਹੈ। ਸੋ ਇਸ ਦੇ ਆਲੇ ਦੁਆਲੇ ਤੁਹਾਡੀ ਟੀਮਸ ਕੌਣ ਨੇ, ਤੁਹਾਡੇ ਨਾਲ ਕੌਣ ਜੁੜੇ ਹੋਏ ਨੇ ਲੋਕ, ਕਿਹੜੇ ਤੁਹਾਨੂੰ ਮੇਨ ਜਿਹੜੇ ਤੁਹਾਡੇ ਮੇਜਰ ਜਿਹੜੇ ਡੋਨਰਸ ਨੇ ਉਹ ਕੌਣ ਨੇ। ਸੋ ਅਸੀਂ ਓਬਵੀਅਸਲੀ ਅਸੀਂ ਵੈਸੇ ਹੀ ਸੰਗਤ ਨੂੰ ਟਾਈਮ ਟੂ ਟਾਈਮ ਹਰ ਇੱਕ ਗੱਲ ਦਾ ਜਿਹੜਾ ਟਰਾਂਸਪੇਰੈਂਸੀ ਰੱਖਦੇ ਹਾਂ, ਬਿਲਕੁਲ ਬਲੈਕ ਐਂਡ ਵਾਈਟ ਚੱਲਦੇ ਹਾਂ। ਪਰ ਜੋ ਵੀ ਉਹਨਾਂ ਦੀ ਕੁਐਰੀ ਸੀਗੀਆਂ ਮੈਂ ਹਰ ਇੱਕ ਜੋ ਜਵਾਬ ਮੇਰੇ ਕੋਲ ਸੀਗੇ ਮੈਂ ਸਾਰੇ ਜਵਾਬ ਦਿੱਤੇ ਨੇ ਅਤੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਕੀ ਕਹਿੰਦੇ ਨੇ 3 ਤਰੀਕ ਪਰਸੋਂ ਨੂੰ ਜਿਹੜਾ ਕਿ NIA ਦੇ ਆਫਿਸ ਦਿੱਲੀ ਦੇ ਵਿਚਕਾਰ ਬੁਲਾਇਆ ਗਿਆ। ਇਹ ਜਿਹੜੇ ਸਵਾਲ ਸੀਗੇ ਤੁਹਾਡੇ ਪਰਸਨਲ ਰਿਲੇਟਡ ਜ਼ਿਆਦਾ ਸੀਗੇ ਖਾਲਸਾ ਏਡ ਨਾਲ ਜ਼ਿਆਦਾ ਕਿੱਥੋਂ? ਨਹੀਂ, ਮੈਂ ਅਮਰਪ੍ਰੀਤ ਇਕੱਲਾ ਤਾਂ ਹੈ ਹੀ ਨਹੀਂ ਜਿਹਨਾਂ ਨੇ ਪੁੱਛ ਜੇ ਅੱਜ ਖਾਲਸਾ ਏਡ ਇੰਡੀਆ ਦੇ ਵਿਚਕਾਰ ਚੱਲ ਰਹੀ ਹੈ। ਸੋ ਮੇਰਾ ਮਤਲਬ ਪੂਰੀ ਲਾਈਫ ਹੀ ਖਾਲਸਾ ਏਡ ਨੂੰ ਡੈਡੀਕੇਟਿਡ ਆ। ਸੋ ਮੈਂ ਪ੍ਰੋਫੈਸ਼ਨਲੀ ਪਾਇਲਟ ਹਾਂ ਬਟ ਮੈਂ ਸਾਰਿਆਂ ਨੂੰ ਪਬਲਿਕਲੀ ਔਰ ਮੀਡੀਆ ਦੇ ਉੱਤੇ ਵੀ ਬਹੁਤ ਵਾਰ ਇੰਟਰਵਿਊਜ਼ ਕੀਤੀਆਂ ਕਿ ਮੈਂ ਫੁੱਲ ਟਾਈਮ ਅਗਰ ਖਾਲਸਾ ਏਡ ਨੂੰ ਡਿਵੈਲਪ ਕਰ ਰਿਹਾ ਔਰ ਇਸ ਨੂੰ ਗਰੋ ਕਰ ਰਹੇ ਹਾਂ। ਸੋ ਫਰੋਮ ਦਾ 2014 ਅਸੀਂ ਇਸ ਚੀਜ਼ ਨੂੰ ਖਾਲਸਾ ਏਡ ਨੂੰ ਡਿਵੈਲਪ ਹੀ ਕੀਤਾ ਔਰ ਅੱਜ ਅਗਰ ਲੋਕਾਂ ਦੇ ਵਿਚਕਾਰ ਉਹ ਪਹਿਚਾਣ ਬਣੀ ਹੈ। ਸੋ ਇਸ 'ਚ ਅਮਰਪ੍ਰੀਤ ਇੰਡੀਵਿਜੂਅਲ ਲੈਵਲ 'ਤੇ ਕੁਛ ਨਹੀਂ ਹੈ। ਜੇ ਫੰਡਿੰਗ ਨੂੰ ਲੈ ਕੇ ਸਵਾਲ ਹੈ, ਅਮਰਪ੍ਰੀਤ ਨੂੰ ਤਾਂ ਕੋਈ ਨਹੀਂ ਫੰਡਿੰਗ ਕਰ ਰਿਹਾ। ਅਮਰਪ੍ਰੀਤ ਨੂੰ ਕੋਈ ਪਰਸਨਲੀ ਜਾਂ ਕੋਈ ਫੰਡਿੰਗ ਕਰ ਰਿਹਾ ਹੋਵੇ ਤਾਂ ਅਮਰਪ੍ਰੀਤ ਦੇ ਸਵਾਲ ਨੇ। ਇਹ ਸਵਾਲ ਸਾਰੇ ਖਾਲਸਾ ਏਡ ਦੇ ਰਿਲੇਟਡ ਸੀ ਔਰ ਉਹਨਾਂ ਨੇ ਖਾਲਸਾ ਏਡ ਦੇ ਵੀ ਅਕਾਊਂਟਸ ਜਾਂ ਕੁਛ ਸਟੇਟਮੈਂਟਸ ਉਹ ਸਾਰਾ ਕੁਛ ਉਹਨਾਂ ਨੇ ਮੈਨੂੰ ਇੱਕ ਲਿਸਟ ਦਿੱਤੀ ਹੈ। ਉਹ ਡਾਕੂਮੈਂਟੇਸ਼ਨ ਲੈ ਕੇ ਵੀ ਉਹਨਾਂ ਤੱਕ ਪਰਸੋਂ ਜਿਹੜਾ ਉਹ ਪਹੁੰਚਣਾ। ਸਰ ਕੋਈ ਮੋਬਾਈਲ ਵਗੈਰਾ ਵੀ ਜ਼ਬਤ ਵਗੈਰਾ? ਹਾਂਜੀ, ਮੇਰਾ ਮੋਬਾਈਲ ਉਹਨਾਂ ਨੇ ਸੀਜ਼ ਕੀਤਾ ਔਰ ਕੁਛ ਆਫੀਸ਼ੀਅਲ ਡਾਕੂਮੈਂਟਸ ਸਾਡੇ ਖਾਲਸਾ ਏਡ ਦੇ ਆਫਿਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ। ਉਹ ਬਕਾਇਦਾ ਆਪਣੇ ਪ੍ਰੋਟੋਕੋਲ ਦੇ ਅਕੋਰਡਿੰਗਲੀ ਉਹ ਦੇ ਕੇ ਗਏ ਨੇ ਕਿ ਇਹ ਚੀਜ਼ਾਂ ਉਹ ਲੈ ਕੇ ਚੱਲੇ ਨੇ। ਮੋਬਾਈਲ ਇੱਕ ਸੀਗੇ 2 ਲੈ ਕੇ ਗਏ ਜਿਹੜੇ? ਨਹੀਂ, ਮੇਰੇ ਕੋਲ ਇੱਕ ਮੋਬਾਈਲ ਸੀਗਾ ਜੀ ਉਹ ਲੈ ਕੇ ਗਏ ਨੇ ਜੀ। ਹਾਂਜੀ, ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਤਰੀਕੇ ਉਦੋਂ ਵੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੋਈ ਸੀ NIA ਦੇ ਵੱਲੋਂ ਅਤੇ ਹੁਣ ਜਦੋਂ ਹੜ੍ਹ ਆਏ ਹੋਏ ਪੰਜਾਬ ਦੇ ਵਿੱਚ ਸੇਵਾ ਤੁਸੀਂ ਕਰ ਰਹੇ ਹੋ ਅਤੇ ਹੁਣ ਫਿਰ ਇਸ ਤਰੀਕੇ ਦੀ ਐਕਟੀਵਿਟੀ ਹੋ ਰਹੀ ਹੈ, ਇਹਨੂੰ ਕੀ ਮੰਨਦੇ ਹੋ? ਪਰ ਟਾਰਗੇਟ ਮੰਨ ਰਹੇ ਹੋ ਸੰਸਥਾ? ਨਹੀਂ, ਦੇਖੋ ਜਦੋਂ 2014 ਦੇ ਜਦੋਂ ਮੈਂ ਖਾਲਸਾ ਏਡ ਦੇ ਨਾਲ ਜੁੜਿਆ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਇਨਕੁਆਇਰੀਜ਼ ਫੇਸ ਕੀਤੀਆਂ, ਚਾਹੇ ਉਹ ਸੈਂਟਰ ਦੀਆਂ ਨੇ ਚਾਹੇ ਉਹ ਸਟੇਟ ਦੀਆਂ ਨੇ। ਪਰ ਜਦੋਂ ਵੀ ਕੋਈ ਲਾਈਮਲਾਈਟ ਵਾਲਾ ਪ੍ਰੋਜੈਕਟ ਹੁੰਦਾ, ਚਾਹੇ ਉਹ ਕਿਸਾਨੀ ਮੋਰਚਾ ਹੈ ਚਾਹੇ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿਚਕਾਰ ਚੱਲ ਰਹੇ ਨੇ, ਠੀਕ ਹੈ ਜ਼ਰੂਰ ਕੋਈ ਸ਼ਰਾਰਤੀ ਅਨਸਰ ਹੁੰਦੇ ਹੋਣਗੇ, ਅਸੀਂ ਵੀ ਉਹਨਾਂ ਦੇ ਖਿਲਾਫ ਹਾਂ। ਬਟ ਜਿਹੜੀ ਜਥੇਬੰਦੀ ਲੋਕਾਂ ਨੂੰ ਤੁਸੀਂ ਅੱਜ ਕੋਈ ਵੀ ਏਰੀਆ ਦੇ ਵਿਚਕਾਰ ਜਾ ਕੇ ਪੁੱਛੋ ਵੀ ਕਿਹੜੀ ਸੰਸਥਾ ਕੰਮ ਕਰ ਰਹੀ ਹੈ, ਅਗਰ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਖਾਲਸਾ ਏਡ ਹੈ ਅਤੇ ਦੈਨ ਇਸ 'ਚ ਮਤਲਬ ਟਾਰਗੇਟ ਹੀ ਮੰਨਿਆ ਜਾ ਸਕਦਾ ਹੈ। ਸੋ ਅਸੀਂ ਅੱਜ ਦੀ ਡੇਟ 'ਚ ਵੀ ਪ੍ਰੈਜੈਂਟਲੀ ਸਾਡੇ ਇੰਨੇ ਕੰਮ ਚੱਲ ਰਹੇ ਨੇ, ਇੰਨੇ ਪ੍ਰੋਜੈਕਟ ਚੱਲ ਰਹੇ ਨੇ, ਸਕੂਲ, ਹਸਪੀਟਲ, ਬੱਚਿਆਂ ਦੀ ਐਜੂਕੇਸ਼ਨ, ਵੈਲਫੇਅਰ, ਘਰ ਬਣਾਏ ਜਾ ਰਹੇ ਨੇ। ਸੋ ਸੇਵਾ ਦੇ ਉੱਤੇ ਕੁਐਸਚਨ ਕਿਉਂ ਹੈ? ਮੈਂ ਤਾਂ ਮਤਲਬ ਇਸ ਗੱਲ ਤੋਂ ਸ਼ੌਕਡ ਹਾਂ ਕਿ ਇਸ ਟਾਈਮ ਦੇ ਉੱਤੇ ਇਹ ਚੀਜ਼ ਹੋਣੀ ਉਹ ਸਾਡੀ ਟੀਮ ਨੂੰ ਬਹੁਤ ਉਹਨਾਂ ਦਾ ਮੋਰਾਲ ਡਾਊਨ ਕਰਨ ਲਈ ਗੱਲ ਹੈ। ਇੱਕ ਹੋਰ ਸਵਾਲ ਹੈ ਅਮਰਪ੍ਰੀਤ ਜੀ, ਇਹ ਜਦੋਂ ਕਈ ਵਾਰ ਇਹ ਹੁੰਦਾ ਹੈ ਕਿ ਬਾਹਰੋਂ ਕੁਝ ਬਿਆਨ ਆ ਜਾਂਦੇ ਨੇ, ਕਈ ਵਾਰ ਟੀ-ਸ਼ਰਟਾਂ ਖਾਲਸਾ ਏਡ ਦੀਆਂ ਪਾਈਆਂ ਹੁੰਦੀਆਂ, ਉਹ ਬਿਆਨ ਇਸ ਤਰੀਕੇ ਦੇ ਹੋ ਨਿਬੜਦੇ ਨੇ ਕਿ ਸਵਾਲ ਸੰਸਥਾ 'ਤੇ ਖੜੇ ਹੋ ਜਾਂਦੇ ਨੇ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ,
ਜਿਹੜਾ ਵੀ ਕੋਈ ਸਵਾਲ ਖਾਲਸਾ ਏਡ ਇੰਡੀਆ ਦੇ ਸੰਬੰਧ ਦੇ ਵਿਚਕਾਰ ਹੈਗਾ, ਜੋ ਪੰਜਾਬ ਦੇ ਵਿਚਕਾਰ ਜਾਂ ਇੰਡੀਆ ਦੇ ਵਿਚਕਾਰ ਤਕਰੀਬਨ ਹੁਣ ਤੱਕ ਅਸੀਂ 40 ਤੋਂ 50 ਮਿਸ਼ਨਸ ਦੇ ਵਿਚਕਾਰ ਪੈਨ ਇੰਡੀਆ ਦੇ ਵਿਚਕਾਰ ਕੰਮ ਕਰ ਚੁੱਕੇ ਹਾਂ। ਕਿੱਥੇ ਕੋਈ ਕਨਫਲਿਕਟ ਹੈ, ਕਿੱਥੇ ਕੋਈ ਬਾੜ ਆਈ ਹੈ, ਕਿੱਥੇ ਕੋਈ ਅਰਥਕੁਏਕ ਆਇਆ, ਕੋਈ ਵੀ ਮਤਲਬ ਲੜਾਈ ਲੱਗੀ ਹੈ, ਅਸੀਂ ਸਹਾਰਨਪੁਰ ਦੰਗੇ ਹੋਏ ਨੇ, ਦਿੱਲੀ ਦੰਗੇ ਹੋਏ ਨੇ, ਹਰ ਇੱਕ ਜਗ੍ਹਾ ਤੇ ਆਪਣੇ ਆਪ ਨੂੰ ਉੱਥੇ ਜਾ ਕੇ ਅਸੀਂ ਸੇਵਾ ਨਿਭਾਈ ਹੈ। ਪਰ ਉਸ ਦੀ ਜਵਾਬਦੇਹੀ ਅਮਰਪ੍ਰੀਤ ਦੇ ਸਕਦਾ, ਪਰ ਜੇ ਕੋਈ ਸਾਡਾ ਕੋਈ ਵੋਲੰਟੀਅਰ ਹੋਵੇ, ਕੋਈ ਹੋਰ ਸਾਡੇ ਨਾਲ ਐਸੋਸੀਏਟਿਡ ਬੰਦਾ ਹੋਵੇ, ਉਹਦੀ ਆਈਡੀਓਲੋਜੀ ਕੋਈ ਡਿਫਰੈਂਟ ਹੋਵੇ, ਉਸ ਦਾ ਜ਼ਿੰਮੇਵਾਰ ਅਮਰਪ੍ਰੀਤ ਨਹੀਂ ਹੋ ਸਕਦਾ, ਉਸ ਦਾ ਜ਼ਿੰਮੇਵਾਰ ਖਾਲਸਾ ਏਡ ਪੂਰੀ ਸੰਸਥਾ ਨਹੀਂ ਹੋ ਸਕਦੀ। ਤੇ ਖਾਲਸਾ ਏਡ ਦੀ ਆਈਡੀਓਲੋਜੀ ਸਾਰਿਆਂ ਨੂੰ ਕਲੀਅਰ ਹੈ। ਅਸੀਂ ਈਵਨ ਜਦੋਂ ਸਾਡੀ ਇੰਡਕਸ਼ਨਸ ਹੁੰਦੀਆਂ, ਸਾਡੇ ਵੋਲੰਟੀਅਰ ਬਣਦੇ ਨੇ, ਅਸੀਂ ਉਹਨਾਂ ਦੀ ਟ੍ਰੇਨਿੰਗ ਕਰਦੇ ਹਾਂ ਕਿ ਖਾਲਸਾ ਏਡ ਨਾ ਹੀ ਕੋਈ ਧਰਮ ਦੇ ਆਧਾਰ ਤੇ ਚੱਲ ਰਹੀ ਹੈ, ਅਸੀਂ ਸਿੱਖ ਪ੍ਰਿੰਸੀਪਲ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਸਿੱਖ ਪ੍ਰਿੰਸੀਪਲਸ ਦੇ ਅਕੋਰਡਿੰਗਲੀ ਅੱਗੇ ਚੱਲਦੇ ਹਾਂ। ਪਰ ਇਹ ਕਿਸੇ ਧਰਮ ਤੱਕ ਸੀਮਤ ਨਹੀਂ ਗੀ, ਕਿਸੇ ਜਾਤ ਤੱਕ ਸੀਮਤ ਨਹੀਂ, ਕਿਸੇ ਪੋਲੀਟੀਕਲ ਪਾਰਟੀ ਤੱਕ ਸੀਮਤ ਨਹੀਂ। ਅੱਜ ਤੱਕ ਅਸੀਂ ਆਪਣੇ ਆਪ ਨੂੰ ਬਿਲਕੁਲ ਨੌਨ ਪੋਲੀਟੀਕਲ ਔਰ ਨੌਨ ਰਿਲੀਜੀਅਸ ਹੋ ਕੇ ਚੱਲੇ। ਸੋ ਇਹੀ ਸਾਡਾ ਏਜੰਡਾ ਹੈ ਔਰ ਇਹੀ ਸਾਡਾ ਏਮ ਹੈ ਕਿ ਅਸੀਂ ਇਸੇ ਤਰੀਕੇ ਨਾਲ ਹੀ ਚੱਲਣਾ ਹੈ। ਬਟ ਫਿਰ ਵੀ ਅਗਰ ਕੋਈ ਕਿਸੇ ਦੇ ਪਰਸਨਲ ਵਿਊਜ਼ ਕੋਈ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਜਾਂ ਕੋਈ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਕਰ ਰਿਹਾ ਹੈ, ਉਸ ਦੇ ਆਨਸਰੇਬਲ ਸਾਨੂੰ ਨਹੀਂ ਹੋਣਾ ਚਾਹੀਦਾ। ਅਮਰਪ੍ਰੀਤ ਜੀ, ਹੜ੍ਹਾਂ ਦੇ ਮੌਕੇ ਸੇਵਾ ਕਰ ਰਹੇ ਹੋ ਪਰ ਰੇਡਾਂ ਹੋ ਰਹੀਆਂ ਨੇ। ਸਿੰਘੂ ਬਾਰਡਰ ਦੀ ਅਲੱਗ ਗੱਲ ਸੀ ਕਿ ਉੱਥੇ ਧਰਨਾ ਚੱਲ ਰਿਹਾ ਸੀ, ਹੁਣ ਕੀ ਕਾਰਨ ਹੋ ਗਏ ਕਿ ਲੋਕ ਸੇਵਾ ਦੇ ਮੌਕੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ? ਦੇਖੋ, ਇਹੀ ਤਾਂ ਮਤਲਬ ਸ਼ੌਕ ਦੇ ਵਿਚਕਾਰ ਮੈਂ ਆ। ਅੱਜ ਕੁਦਰਤੀ ਮੇਰਾ ਜਨਮ ਦਿਨ ਵਾਲਾ ਦਿਨ ਹੈ, ਠੀਕ ਹੈ। ਮੇਰੇ ਘਰੇ ਸਵੇਰੇ ਆ ਕੇ ਇੱਕਦਮ ਨੌਕ ਕੀਤਾ। ਪਹਿਲਾਂ ਤਾਂ ਮੈਂ ਇਹੀ ਸਰਪ੍ਰਾਈਜ਼ ਸੀਗਾ ਕਿ ਸ਼ਾਇਦ ਕੋਈ ਮੇਰੇ ਦੋਸਤ ਮਿੱਤਰ ਸਰਪ੍ਰਾਈਜ਼ ਦੇਣ ਆਇਆ, ਬਟ ਜਦੋਂ ਮੈਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ 15-16 ਜਣੇ ਪੁਲਿਸ ਵਾਲੇ ਨਾਲ NIA ਦੇ ਸਟਾਫ ਸਾਰੇ ਰੇਡ ਮਾਰਨ ਆਏ ਔਰ ਹੱਥ 'ਚ ਹੱਥਕੜੀਆਂ ਫੜੀਆਂ ਹੋਈਆਂ ਜਿਵੇਂ ਅਸੀਂ ਕੋਈ ਕ੍ਰਾਈਮ ਕਰ ਰਹੇ ਹਾਂ ਔਰ ਇਦਾਂ ਦੀ ਕੁਐਸਚਨਿੰਗ ਆ ਕੇ ਉਹਨਾਂ ਨੇ ਪੁੱਛੀ। ਸੋ ਇਹ ਹਰਟ ਕਰਦੀਆਂ ਸਾਨੂੰ ਚੀਜ਼ਾਂ ਕਿ ਸਾਡੇ ਵਰਗਾ ਯੂਥ, ਸਾਡੇ ਵਰਗੇ ਹੋਰ ਨਾਲ ਹਜ਼ਾਰਾਂ ਵੋਲੰਟੀਅਰ ਜੁੜੇ ਨੇ ਪੰਜਾਬ ਦੇ ਵਿੱਚ। ਘਰ ਵੀ ਅਗਰ ਮੈਂ ਕਰਾਂ ਕਿ 10-20 ਹਜ਼ਾਰ ਵੋਲੰਟੀਅਰ ਸਾਡੇ ਕੋਲੇ ਮਤਲਬ ਨਾਲ ਜੁੜਿਆ ਹੋਇਆ। ਅਗਰ ਤੁਸੀਂ ਇਸ ਤਰੀਕੇ ਨਾਲ ਉਹਨਾਂ ਦਾ ਮੋਰਾਲ ਡਾਊਨ ਕਰਨਾ ਹੈ ਕਿ ਉਹ ਆਪਣੀ ਸਮਾਜ ਦੀ ਸੇਵਾ ਹੀ ਨਾ ਕਰ ਸਕਣ ਜਾਂ ਉਹ ਇੰਨੇ ਕੁ ਡਰ ਜਾਣ ਕਿ ਦਹਿਸ਼ਤ ਫੈਲ ਜੇ ਉਹਨਾਂ ਦੇ ਵਿਚਕਾਰ। ਅੱਜ ਸਵੇਰ ਦੇ ਸਾਰੇ ਵੋਲੰਟੀਅਰਸ ਦੀਆਂ ਮੈਨੂੰ ਟਰਾਈ ਕਰ ਰਹੇ ਨੇ ਫੋਨ ਕਰਨ ਦੀ, ਮੇਰੇ ਤੱਕ ਰੀਚ ਆਊਟ ਕਰ ਰਹੇ ਨੇ, ਨਾਲ ਦੇ ਮਿੱਤਰਾਂ ਨੂੰ ਫੋਨ ਕਰ ਰਹੇ ਕਿ ਇਹ ਹੋ ਕੀ ਰਿਹਾ। ਇੱਕ ਪਾਸੇ ਸਾਡੇ ਮਿਸ਼ਨ ਚੱਲ ਰਹੇ, ਅੱਜ ਵੀ ਪੰਜਾਬ ਹਰਿਆਣੇ ਵਿਚਕਾਰ ਸਾਡੇ 18 ਤੋਂ 20 ਲੋਕੇਸ਼ਨਸ ਦੇ ਉੱਤੇ ਪ੍ਰੋਜੈਕਟ ਚੱਲ ਰਹੇ, ਅਲੱਗ-ਅਲੱਗ ਜ਼ਿਲ੍ਹਿਆਂ 'ਚ ਕੰਮ ਚੱਲ ਰਹੇ। ਔਰ ਜਿਹੜਾ ਸਵਾਲ ਤੁਸੀਂ ਕੀਤਾ, ਅਸੀਂ ਆਪ ਸ਼ੌਕਡ ਹਾਂ ਭਾਈ ਸਾਹਿਬ ਇਸ ਤੋਂ, ਸਾਨੂੰ ਆਪ ਨਹੀਂ ਸਮਝ ਆ ਰਿਹਾ ਕਿ ਹੋ ਕੀ ਰਿਹਾ ਸਾਡੇ ਨਾਲ। ਅਮਰਪ੍ਰੀਤ ਜੀ, ਪਰਿਵਾਰ ਨੂੰ ਵੀ ਵਧੀਆ ਸਿੰਘ ਦੀ ਗੱਲ ਕੀਤੀ ਜਾਵੇ, ਉਹਨਾਂ ਨੂੰ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ, ਉਹਨਾਂ ਨੂੰ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਨਹੀਂ, ਮੇਰੀ ਹਜੇ ਤੱਕ ਮੇਰੇ ਕੋਲ ਮੇਰਾ ਫੋਨ ਹੀ ਨਹੀਂ ਹੈਗਾ ਜੀ, ਸੋ ਇਸ ਕਰਕੇ ਮੈਂ ਹਜੇ ਤੱਕ ਤਾਂ ਮਤਲਬ ਉਸ ਸ਼ੌਕ ਦੇ ਵਿਚਕਾਰ ਸੀ। ਪਹਿਲਾਂ ਵੀ ਮੀਡੀਆ ਵਾਲੇ ਗੁਰਪ੍ਰੀਤ ਸਿੰਘ ਨਾਲ ਹੋਰ ਸਾਡੇ ਸਟਾਫ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਮੈਂ ਪਰਸਨਲੀ ਇਸ ਚੀਜ਼ ਨੂੰ ਪਹਿਲਾਂ ਐਡਰੈਸ ਕਰਨਾ ਚਾਹੁੰਦਾ ਸੀ ਕਿ ਸਾਡੇ ਨਾਲ ਹੋਇਆ ਕੀ ਹੈ, ਕਿਉਂਕਿ ਹਰ ਇੱਕ ਦੇ ਫੋਨ ਕਾਲ ਸਟਾਫ ਨੂੰ, ਵੋਲੰਟੀਅਰਸ ਨੂੰ, ਹਰ ਇੱਕ ਸਟਾਫ ਵੀ ਈਵਨ ਹੁਣ ਸਾਡੇ ਕੋਲ ਇੰਨੀਆਂ ਕੁੜੀਆਂ ਕੰਮ ਕਰਦੀਆਂ, ਬੱਚੇ ਕੰਮ ਕਰਦੇ ਨੇ। ਸੋ ਜਿਹੜੇ ਵੋਲੰਟੀਅਰ ਕਰਨ ਲਈ ਪਰਿਵਾਰ ਆਉਂਦੇ ਨੇ, ਬੱਚੇ ਆਉਂਦੇ ਨੇ, ਅਸੀਂ ਉਹਨਾਂ ਦੇ ਮਨ 'ਚ ਦਹਿਸ਼ਤ ਨਹੀਂ ਫੈਲਾਉਣਾ ਚਾਹੁੰਦੇ। ਉਹਨਾਂ ਨੂੰ ਇਹ ਨਹੀਂ ਡਰ ਮਹਿਸੂਸ ਹੋਣਾ ਚਾਹੀਦਾ ਕਿ ਉਹ ਕਿਸੇ ਇਹੋ ਜਿਹੀ ਆਰਗੇਨਾਈਜੇਸ਼ਨ ਨਾਲ ਜੁੜੇ ਨੇ ਜਿੱਥੇ ਕਿ ਸਹੀ ਕੰਮ ਨਹੀਂ ਹੋ ਰਿਹਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਅਸੀਂ ਇਹ ਸੋਚਿਆ ਕਿ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਜਾਵੇ। ਤੁਹਾਨੂੰ ਹੋਏ ਕਿ ਪਰਿਵਾਰਕ ਮੈਂਬਰਾਂ ਨੂੰ ਸਵਾਲ ਜਵਾਬ ਕੀਤਾ ਉਹਨਾਂ ਨਹੀਂ, ਬਿਲਕੁਲ ਜੀ, ਉਹਨਾਂ ਦਾ ਜੋ ਉਹਨਾਂ ਦਾ ਪ੍ਰੋਟੋਕਾਲ ਸੀ ਜਾਂ ਜੋ ਉਹਨਾਂ ਦਾ ਪ੍ਰੋਸੀਜਰ ਹੁੰਦਾ ਹੈ, ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਬਹੁਤ ਇਨਕੁਆਇਰੀਜ਼ ਹੋਈਆਂ, ਹਰ ਵਾਰ ਅਸੀਂ ਕੋਆਪਰੇਟ ਕੀਤਾ ਕਿ ਤੁਸੀਂ ਸਾਨੂੰ ਸੱਦੋ, ਅਸੀਂ ਤੁਹਾਡੇ ਕੋਲ ਆਵਾਂਗੇ। ਕਿਸਾਨੀ ਮੋਰਚੇ ਵੇਲੇ ਵੀ ਇਹ ਗੱਲ ਹੋਈ ਹੈ ਕਿ ਸਾਨੂੰ NIA ਦੇ ਨੋਟਿਸਿਸ ਦਿੱਤੇ ਗਏ, ਮੈਨੂੰ ਦਿੱਤਾ, ਗੁਰਪ੍ਰੀਤ ਨੂੰ ਆਇਆ, ਸਾਡੇ ਹੋਰ ਬੰਦਿਆਂ ਨੂੰ ਆਇਆ, ਔਰ ਸਾਡੇ ਬੰਦੇ ਉੱਥੇ ਗਏ ਵੀ। ਅਸੀਂ ਤਰੀਕੇ ਦੇ ਨਾਲ ਆ ਕੇ ਘਰਾਂ ਦੀ ਫਰੋਲਾ ਫਰਾਲੀ ਕਰਨੀ, ਸਾਰਾ ਸਮਾਨ ਉਥਲ ਪੁਥਲ ਕਰਨਾ, ਚਾਹੇ ਉਹਨਾਂ ਨੇ ਸਾਰਾ ਕੁਝ ਡਾਕੂਮੈਂਟਡ ਕੀਤਾ ਕਿ ਅਸੀਂ ਆਹ ਚੈੱਕ ਕਰਨਾ ਚਾਹੁੰਦੇ ਹਾਂ, ਬਟ ਫੈਮਿਲੀ ਹੈ, ਮੇਰਾ ਛੋਟਾ ਬੱਚਾ ਹੈ, ਉਹ ਸੁੱਤਾ ਹੋਇਆ ਸੀ ਬੈੱਡ ਦੇ ਉੱਤੇ, ਸਵੇਰੇ 5:30-6 ਵਜੇ ਦੀ ਗੱਲ ਹੈ, ਔਰ ਇਨਵੈਸਟੀਗੇਸ਼ਨ ਦੌਰਾਨ ਕਹਿੰਦੇ ਇਹਨੂੰ ਉੱਠ ਕੇ ਬਾਹਰਲੇ ਬੈੱਡ ਤੇ ਪਾਓ, ਅਸੀਂ ਬੈੱਡ ਦੇ ਬਾਕਸ ਖੋਲ ਕੇ ਚੈੱਕ ਕਰਨਾ ਹੈ।